हेलो एवरीवन, सब ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ ਟੂ ਇਲੈਕਟ੍ਰਿਕ ਇੰਗਲਿਸ਼। ਆਈ ਐਮ ਪਿਊਸ਼ ਜਿੰਦਲ। ਥੋੜਾ ਜਿਹਾ ਸਮਾਂ ਕੱਢ ਕੇ ਵੀਡੀਓ ਨੂੰ ਦੇਖਿਓ, ਠੀਕ ਹੈ, ਕਿਉਂਕਿ ਐਕਸਰਸਾਈਜ਼ 'ਚ ਤੁਸੀਂ ਜੋ ਵੀ ਪਰਫਾਰਮ ਕੀਤਾ ਇੰਗਲਿਸ਼, ਅਗਰ ਤੁਸੀਂ ਬਹੁਤ ਵਧੀਆ ਪਰਫਾਰਮ ਕੀਤਾ ਤਾਂ ਤੁਸੀਂ ਐਚ ਤੇ ਬਹੁਤ ਚੰਗੀ ਗੱਲ ਹੈ। ਅਗਰ ਤੁਸੀਂ ਵਧੀਆ ਪਰਫਾਰਮ ਨਹੀਂ ਕੀਤਾ ਤਾਂ ਇਸ ਵੀਡੀਓ ਨੂੰ ਸਮਾਂ ਦਿਓ ਅਗਰ ਤੁਸੀਂ ਆਉਣ ਵਾਲੇ ਪੇਪਰਾਂ 'ਚ ਪਰਫਾਰਮ ਕਰਨਾ। ਆਪਾਂ ਗੱਲ ਕਰਾਂਗੇ ਕਿ ਤਾਂ ਐਕਸਰਸਾਈਜ਼ ਦੇ ਇੰਗਲਿਸ਼ ਦੀ ਐਨਾਲਿਸਿਸ ਕਰਕੇ ਦਿਖਾਊਂਗਾ ਵੀ ਕਿਵੇਂ ਕਿਵੇਂ ਲੈਂਗੁਏਜ ਨੂੰ ਤਿਆਰ ਕੀਤਾ ਜਾਂਦਾ, ਕਿਵੇਂ ਕਿਵੇਂ ਕੁਐਸਚਨਸ ਪੁੱਛੇ ਜਾਂਦੇ ਨੇ, ਤਾਂ ਅਸੀਂ ਕਿੱਥੇ ਕਿੱਥੋਂ ਪੜ੍ਹਾਉਂਦੇ ਹਾਂ ਜੀ। तो दूसरी चीज़ मेन चीज़ जो वीडियो बन रही है उस सब इंस्पैक्टर वास्ते, कॉन्स्टेबल वास्ते तो क्लर्क वगैरह सारा कुछ विच ही आ जाऊगा जी, ठीक है। उस तो इंपॉर्टेंट चीज़ कि है जी, मैं कल एक चीज़ लिखी सी, अगर तुम टैलीग्राम से जुड़े हुए सब तो पहले तो टैलीग्राम से जुड़ जाओ अगर तुम उन तक नहीं जुड़े, कि यह ज़्यादा जरूरी है कि ज़्यादा जरूरी है भी मैं पढ़ाना आया या फिर तुम पढ़न आए हो। ज़्यादा इंपॉर्टेंट की है तो पढ़न आना, तो एक पॉजिटिव माइंड सैट के नाल कि हाँ असी ये उरे सीखण आया तो असी उरे सीख के जाना। एक वो एटीट्यूड नाल जो तुम सीखोगे ना तो किसी तो भी सीख लोगे, लेकिन वो एक एटीट्यूड नहीं होगा लर्निंग वाला, तो सामने वाला सिखाने वाला चाहे लैंग्वेज चो मैं ऑक्सफोर्ड तो कोई प्रोफैसर लैके खड़ा करता वो भी नहीं सिखा पाऊगा, ठीक है जी। तो वो इंपॉर्टेंट चीज़ है, अगर तुम वो लैके चलोगे नाल तो सब कुछ पॉसीबल है, अदरवाइज पॉसीबल नहीं है। तो उस तो इंपॉर्टेंट चीज़ भी जो टीचर्स होंगे ने जी थोड़ा यही दस डायरैक्शन दे सकते हैं भी आ चीज़ पढ़नी आ चीज़ नहीं पढ़नी, है ना। इन्ना ही असी कर सकते हैं, इस तो ज़्यादा साड़ी कोई औकात नहीं है भी असं थोड़े नंबर लिया देंगे कुछ कर देंगे। वो सारा कुछ तुहाडे हत्थ च, तुसीं लैके आ सकते, होर कोई नहीं लैके आ सकता, है ना। ना तुहाडा कोई यार दोस्त, ना तुहाडा कोई घर का मैंबर, ना असी, ना कोई होर, सिर्फ तुसीं, है ना। वो तुसीं हो जो डिसाइड करदा भी कितने नंबर आएंगे, असी जस्ट कंटेंट प्रोवाइड कर सकते हैं, ठीक है। हुण आपां गल करांगे सब इंस्पैक्टर के सिलेबस बारे। सिलेबस बारे मैं सिर्फ ये नहीं दसूँगा कि मंजिल बैच कर लो या पेड बैच कर लो, नहीं वो नहीं दसना है। कैटेगरी दसूँगा भी तुसीं दो कैटेगरी के विचों तुसीं देख लो अपनी किहड़ी कैटेगरी दे हो तो वो अकॉर्डिंगली तुसीं अपना चूज़ कर लो, ठीक है। सब तो इंपॉर्टेंट चीज़, सब तो पहला सिलेबस देखना जी, आ सिलेबस है। हुण आपां डिस्कस करांगे कि न्यू स्टूडेंट ते ओल्ड स्टूडेंट तुसीं अपनी कैटेगरी देख के अकॉर्डिंगली डिसाइड कर लियो, या फिर आपां कहांगे भी किहनूं पेड तो पढ़ना चाहिए तो इस टाइम ते किहनूं फ्री पढ़ना चाहिए, ठीक है जी। ਹੁਣ ਸਭ ਤੋਂ ਪਹਿਲਾਂ ਮੈਂ ਇੰਗਲਿਸ਼ ਦਾ ਜਿਹੜਾ ਮੈਂ ਐਨਾਲਿਸਿਸ ਕੀਤਾ ਜੀ, 12 ਕੁਐਸਚਨ ਆਏ ਸੀ। ਤੁਸੀਂ ਦੇਖੋਗੇ ਆਹ ਸਹੀ ਸਪੈਲਿੰਗ ਸੀਗੇ, 3-4 ਦਿਨ ਪਹਿਲਾਂ ਹੀ ਆ ਕਰਾਏ ਸੀ ਤੇ ਕਿਹਾ ਸੀ ਸਪੈਸ਼ਲ ਵੀ ਇੰਪੋਰਟੈਂਟ ਸਪੈਲਿੰਗ ਨੇ, ਸੇਮ ਕੁਐਸਚਨ ਆ ਗਿਆ ਜੀ। ਤਾਂ ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਜੁੜੇ ਹੋ, ਮੈਂ ਫ੍ਰੀ ਕੰਟੈਂਟ ਦੀ ਗੱਲ ਕਰ ਰਿਹਾ ਫਿਲਹਾਲ, ਫ੍ਰੀ ਪੇਡ ਤਾਂ ਦੋਵੇਂ ਵਿੱਚ ਨੇ, ਠੀਕ ਹੈ। ਤਾਂ ਤੁਸੀਂ ਦੇਖੋਗੇ ਆਹ ਕਿਹੜਾ ਕੁਐਸਚਨ ਆਇਆ ਜੀ, ਠੀਕ ਹੈ। ਅਦਰ ਵਾਲਾ ਕੰਸੈਪਟ ਆ ਪਿੱਛੇ 2-3 ਦਿਨ ਪਹਿਲਾਂ ਨੇ ਫ੍ਰੀ ਕਲਾਸਾਂ ਹੋਈਆਂ ਨੇ ਉਹਦੇ ਚ ਕਰਾਇਆ ਹੋਇਆ। ਆ ਲੇਟਰ ਵਾਲਾ ਕੰਸੈਪਟ ਇਹ ਬਹੁਤ ਵਧੀਆ ਡਿਟੇਲ ਤਰੀਕੇ ਨਾਲ ਬੇਸਿਕ, ਦੇਖੋ ਜਦੋਂ ਬੇਸਿਕਸ ਦੀ ਗੱਲ ਆਉਂਦੀ ਹੈ ਉਹ ਕਿਸੇ ਵੀ ਉਹ ਬੈਚ ਦੇ ਵਿੱਚ ਹੋਊਗਾ ਜੀ। ਅਗਰ ਤੁਸੀਂ ਪ੍ਰੈਕਟਿਸ ਦੀ ਗੱਲ ਕਰਦੇ ਹੋ ਹਰ ਟੀਚਰ ਪ੍ਰੈਕਟਿਸ ਫ੍ਰੀ ਕਰਵਾ ਦਿੰਦੇ ਨੇ, ਹੈ ਨਾ, ਲੇਕਿਨ ਜਦੋਂ ਇੱਕ ਬੇਸਿਕ ਸਮਝਾਉਣਾ ਸਾਰਾ ਕੁਝ 100% ਚੀਜ਼ਾਂ ਪੋਸੀਬਲ ਨਹੀਂ ਹੋ ਪਾਉਣਗੀਆਂ ਜੀ। ਕਿਵੇਂ ਪੋਸੀਬਲ ਹੋ ਪਾਉਣਗੀਆਂ, ਜਿੰਨਾ ਪੋਸੀਬਲ ਹੁੰਦਾ ਹਰ ਟੀਚਰ ਆਪਣੇ ਲੈਵਲ ਤੇ ਐਫਰਟ ਕਰਦਾ, ਜੈਸੇ ਵੀ ਕਰ ਰਹੇ ਹਾਂ, ਠੀਕ ਹੈ। ਤਾਂ ਇਹ ਵੀ ਆਹ ਵਾਲਾ ਕੰਸੈਪਟ ਲੇਟਰ ਵਾਲਾ ਕਰਾਇਆ ਹੈ, ਤੁਸੀਂ ਦੇਖੋ, ਠੀਕ ਹੈ। ਲੇਟਰ ਆਉਣਾ ਸੀ, ਉਸ ਤੋਂ ਬਾਅਦ ਤੁਸੀਂ ਦੇਖੋਗੇ ਆਹ ਵਾਲੀ ਚੀਜ਼ ਆ ਸਪੈਸ਼ਲ ਪਿੱਛੇ ਜਿਹੜੀ ਫ੍ਰੀ ਕਲਾਸ ਉਹ ਚੱਲਣੀ ਆਪਣੇ ਮੈਰਾਥਨ ਲਾਈਆਂ ਸੀ ਉਹਦੇ ਵਿੱਚ ਇਹ ਕੰਸੈਪਟ ਕਰਾਇਆ ਹੋਇਆ, ਠੀਕ ਹੈ। ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਬਿਟਰ ਲਈ ਗੋਲਡ ਆ, ਬਿਟਰ ਵਾਲਾ ਕੰਸੈਪਟ ਕਰਾਇਆ। ਇਹ ਜਿਹੜਾ ਬੇਸਿਕ ਹੈ ਹੁਣ ਅੱਗੇ ਜਾ ਕੇ ਤੁਹਾਨੂੰ ਸਮਝਾਊਂਗਾ ਜਦੋਂ ਸਿਲੇਬਸ ਡਿਸਕਸ ਕਰਾਂਗੇ ਅੱਗੇ ਵੀ ਕਦੋਂ ਤੇ ਕਿੱਥੇ ਕੰਮ ਆਉਂਦੀ ਹੈ ਇਹ ਚੀਜ਼। ਉਦੋਂ ਬਾਅਦ ਤੁਸੀਂ ਦੇਖੋਗੇ ਸੇਮ ਕੁਐਸਚਨ ਕਰਾਇਆ ਹੋਇਆ ਜੀ ਇਹਦਾ, ਠੀਕ ਹੈ। ਆ ਸੇਮ ਆਪਸ਼ਨਾਂ ਵੀ ਸੇਮ ਦੇਖੋਗੇ ਅੱਗੇ, ਆਹ ਕੁਐਸਚਨ ਵੀ ਜਮੀ ਸੇਮ ਪੜਾਇਆ ਹੋਇਆ, ਸੇਮ ਕੁਐਸਚਨ ਆ ਗਿਆ, ਆਪਸ਼ਨਾਂ ਵੀ ਸੇਮ। ਸਨੋਈ ਰੋਡ ਹੀ ਲਿਖਿਆ, ਕੋਈ ਹੋਰ ਨਹੀਂ ਲਿਖਿਆ। ਉਦੋਂ ਬਾਅਦ ਤੁਸੀਂ ਦੇਖੋਗੇ ਹਾਊ ਡੇਅਰ ਯੂ, ਜ਼ਿਆਦਾਤਰ ਸਟੂਡੈਂਟਸ ਮੈਨੂੰ ਲੱਗਦਾ ਇਹ ਕੁਐਸਚਨ ਗਲਤ ਕਰਿਆ ਜੀ, ਠੀਕ ਹੈ। ਲਿਖੋਗੇ ਤੁਸੀਂ ਦੇਖੋਗੇ ਸੇਮ ਚੀਜ਼ ਪੜਾਈ ਹੋਈ ਹੈ ਜੀ, ਠੀਕ ਹੈ, ਵੀ ਟੂ ਨਹੀਂ ਆਊਗਾ, ਠੀਕ ਹੈ। ਤਾਂ सब कुछ कवर्ड है जी, ठीक है। आ वाली चीज़ा एज कदों यूज़ होंगे, बिकॉज कदों यूज़ होंगे, सिंस कदों यूज़ होंगे, सारा समझाया। ऑन द वे कदों यूज़ होंगे, ठीक है, तो वो भी सारा समझाया, ठीक है। सारी चीज़ कवर्ड है जी। आह तुसीं देखोगे फ्लैश क्रीप एक दिन पहले ही मैराथन पाई सी, ਉਹਦੇ ਵਿੱਚੋਂ ਸਾਰਾ ਕੁਝ ਕवर्ड है जी, ठीक है। तो वॉट आई एम ट्राइंग टू से इज़ कि ਅਸੀਂ ਰੈਲੇਵੈਂਟ ਕੰਟੈਂਟ ਹੀ ਪ੍ਰੋਵਾਈਡ ਕਰ ਸਕਦੇ ਹਾਂ, ਅਸੀਂ ਪ੍ਰੋਵਾਈਡ ਕਰ ਸਕਦੇ ਹਾਂ। ਹੁਣ ਅਗਰ ਤੁਸੀਂ ਇਹਨੂੰ ਕੰਸੀਡਰ ਨਹੀਂ ਕੀਤਾ, ਤੁਸੀਂ ਇਹਨੂੰ ਦੇਖਿਆ ਹੀ ਨਹੀਂ, ਫਿਰ ਸਾਡੀ ਗਲਤੀ ਕੀ ਹੈ ਯਾਰ। ਲਾਸਟ ਤੇ ਬਲੇਮ ਕਰਨ ਨਾਲ ਵੀ ਕੁਝ ਵੀ ਨਹੀਂ ਬਣਨਾ, ਠੀਕ ਹੈ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਇਕੱਠੀਆਂ ਨੇ ਜੀ। ਆ ਸੇਮ ਕੁਐਸਚਨ ਆਊਟ ਆਫ ਦਾ ਕੁਐਸਚਨ, ਠੀਕ ਹੈ, ਸੇਮ ਕੁਐਸਚਨ ਕਰਾਇਆ ਜੀ, ਠੀਕ ਹੈ। ਇਹ ਸਪੈਸ਼ਲ ਐਕਸਰਸਾਈਜ਼ ਦੀਆਂ ਕਲਾਸਾਂ 'ਚੋਂ ਦੱਸ ਰਹੇ ਹਾਂ, ਪਹਿਲਾਂ ਜੋ ਪੜ੍ਹਾਇਆ ਹੈ ਉਹ ਤਾਂ ਤੁਸੀਂ ਛੱਡ ਦਿਓ ਗੱਲਾਂ, ਇਹ ਐਕਸਰਸਾਈਜ਼ 'ਚ ਜਿਹੜਾ ਪੜ੍ਹਾਇਆ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਉਸ ਤੋਂ ਦੇਖੋਗੇ ਜਦੋਂ ਵੀ ਮੈਂ ਕੋਈ ਵੀ ਕੁਐਸਚਨ ਕਰਾਉਣਾ ਮੈਂ ਹਮੇਸ਼ਾ ਕਹਿੰਦਾ ਮੈਂ ਚਾਰੇ ਆਪਸ਼ਨ ਨੂੰ ਐਕਸਪਲੇਨ ਕਰਦਾ। ਹੁਣ PYQ ਦੇ ਵਿੱਚ ਕੁਐਸਚਨ ਸੀਗਾ ਬਾਈਗੈਮੀ ਦੇ ਨਾਲ ਮੈਂ ਮੋਨੋਗੈਮੀ ਵੀ ਐਕਸਪਲੇਨ ਕੀਤਾ, ਪੋਲੀਗੈਮੀ ਵੀ ਐਕਸਪਲੇਨ ਕੀਤਾ, ਪੋਲੀਐਂਡਰੀ ਵੀ ਐਕਸਪਲੇਨ ਕੀਤਾ। ਪੋਲੀਐਂਡਰੀ ਆ ਗਿਆ, ਪੋਲੀਗੈਮੀ ਆ ਗਿਆ, ਬਾਈਗੈਮੀ ਆ ਗਿਆ। ਅਗਰ ਤੁਹਾਨੂੰ ਇਹ ਸਾਰੇ ਮੀਨਿੰਗ ਪਤਾ ਸੀ ਤੁਸੀਂ ਟਿਕ ਕਰ ਦਿੰਦੇ। ਅਗਰ ਮੈਂ ਕੁਐਸਚਨ ਦਾ ਸਿਰਫ ਕੁਐਸਚਨ ਦੱਸ ਕੇ ਪਹਿਲਾਂ ਚਲਾ ਮੈਂ ਗੱਲ ਖਤਮ ਹੋ ਜੇ। ਹੁਣ ਆ ਪਿੱਛੇ ਜਿਹੜਾ ਰਿਸਟੋਰਰ ਹੈ ਜਿਹੜਾ ਪੇਪਰ ਹੋਇਆ ਸੀ, ਠੀਕ ਹੈ। ਹੁਣ ਤੁਸੀਂ ਦੇਖੋਗੇ ਜਿਹੜੇ ਅਗਰ ਮੈਂ ਸਿਰਫ ਤੁਹਾਨੂੰ ਪੇਪਰ ਦੇ ਵਿੱਚ ਆਹ ਆਪਸ਼ਨ ਆਇਆ ਸੀ, ਹੈ ਨਾ, ਤਾਂ ਅਗਰ ਮੈਂ ਸਿਰਫ ਤੁਹਾਨੂੰ ਆਪਸ਼ਨ ਦੱਸ ਕੇ ਚਲਾ ਜਾਂਦਾ ਤਾਂ ਮੀਨਿੰਗ ਇਹ ਹੈ, ਲੇਕਿਨ ਮੈਂ ਉਹਨੂੰ ਵੀ ਐਕਸਪਲੇਨ ਕਰਦਾ, ਉੱਥੋਂ ਹੀ ਕੁਐਸਚਨ ਪੁੱਛਿਆ ਗਿਆ। ਤਾਂ ਜ਼ਰੂਰੀ ਨਹੀਂ ਹੁੰਦਾ ਵੀ ਸੇਮ ਚੀਜ਼ ਆ ਜੇ, ਲੇਕਿਨ ਮਿਲਦੀ ਜੁਲਦੀ ਆ ਜਾਂਦੀ ਹੈ। ਜਿਹੜੀ ਚੀਜ਼ ਸਮਝਾਈ ਉਹਦੇ ਵਿੱਚੋਂ ਕੁਐਸਚਨ ਆ ਗਿਆ ਜੀ।
ਤਾਂ ਜਦੋਂ ਤੁਸੀਂ ਕਿਸੇ ਨਾਲ ਜੁੜਦੇ ਹੋ ਹੌਲੀ ਹੌਲੀ ਉਹਦੇ ਬਾਰੇ ਸਮਝ ਆਉਂਦਾ ਜੀ, ਠੀਕ ਹੈ। ਤੇ ਬਾਕੀ ਸਾਰੀ ਚੀਜ਼ਾਂ ਡਾਟਰ ਡੂਟਰ ਵਾਲੇ ਸਾਰੇ ਬੜੇ ਬੇਸਿਕ ਕੁਐਸਚਨ ਸੀ ਯਾਰ, ਉਹ ਕੁਐਸਚਨ ਗਲਤ ਕਰਿਆ ਕੋਈ ਸਟੂਡੈਂਟ ਯਾਰ, ਮੈਨੂੰ ਹੈਰਾਨੀ ਹੁੰਦੀ ਹੈ। ਡਾਟਰ ਤਾਂ 3600 ਪੜਾਤਾ, ਡਾਟਰ ਦਾ ਮਤਲਬ ਰੋਕਣਾ, ਠੀਕ ਹੈ। ਰਿਫਰੇਨ ਰਿਸਟ੍ਰੇਨ ਕਿੰਨੀ ਵਾਰ ਕਰਾਤਾ ਜੀ ਪ੍ਰੈਪੋਜੀਸ਼ਨ ਵਿੱਚ, ਫਿਰ ਵੀ ਸਟੂਡੈਂਟ ਗਲਤ ਕਰ ਰਹੇ ਨੇ ਕਿਉਂਕਿ ਜੁੜੇ ਨਹੀਂ ਹੋਏ, ਆਪਾਂ ਦੇਖਦੇ ਨਹੀਂ, ਸਮਝਦੇ ਨਹੀਂ, ਇਗਨੋਰ ਕਰਦੇ ਹਾਂ, ਲਾਸਟ ਤੇ ਪਛਾਉਂਦੇ ਹਾਂ। ਐਨੀਵੇ ਜੋ ਹੋਣਾ ਸੀ ਹੋ ਗਿਆ, ਹੁਣ ਆਪਾਂ ਅੱਗੇ ਚੱਲਦੇ ਹਾਂ ਜੀ, ਠੀਕ ਹੈ। ਆਪਾਂ ਇਸ ਸਿਲੇਬਸ ਬਾਰੇ ਗੱਲ ਕਰ ਰਹੇ ਸੀ। ਹੁਣ ਇਹ ਸਿਲੇਬਸ 'ਚ ਤੁਸੀਂ ਬੇਸਿਕਲੀ ਮੈਂ ਨਿਚੋੜ ਕੱਢਿਆ ਜੀ ਸਿਲੇਬਸ ਦਾ, ਤੁਸੀਂ ਦੇਖ ਪਾਓਗੇ 3 ਚੀਜ਼ਾਂ ਹੁੰਦੀਆਂ ਨੇ ਜੀ। ਇੱਕ ਹੈਗੀ ਗ੍ਰਾਮਰ ਹੈ ਜੀ, ਇੱਕ ਵੋਕੈਬਲਰੀ ਹੈ ਜੀ, ਇੱਕ ਕੰਪਰੀਹੈਂਸ਼ਨ, ਠੀਕ ਹੈ। ਗ੍ਰਾਮਰ ਦੇ ਵਿੱਚ ਜਾਂ ਤਾਂ ਉਹ ਤੁਹਾਨੂੰ ਫਿਲਿੰਗ ਦੀ ਬਲੈਂਕਸ ਦੇ ਥਰੂ ਪੁੱਛ ਲੈਂਦਾ ਜੀ, ਵੀ ਉਹਦੇ ਹੈਜ਼ ਬੀਨ ਆਊਗਾ, ਹੈਡ ਬੀਨ ਆਊਗਾ, ਕੀ ਆਊਗਾ, ਠੀਕ ਹੈ। ਮੈਂ ਸਾਰਾ ਐਨਾਲਿਸਿਸ ਕੀਤਾ ਹੋਇਆ ਤਾਂ ਹੀ ਮੈਂ ਕੱਢ ਕੇ ਲੈ ਕੇ ਆਇਆ ਉਸ, ਜਾਂ ਫਿਰ ਤੁਹਾਨੂੰ ਫਾਈਂਡ ਦ ਐਰਰ ਪੁੱਛ ਲਊਗਾ ਜੀ, ਜਾਂ ਫਿਰ ਤੁਹਾਨੂੰ ਫਰੇਜ਼ ਰਿਪਲੇਸਮੈਂਟ ਪੁੱਛ ਲਊਗਾ, ਜਾਂ ਫਿਰ ਉਹ ਟ੍ਰਾਂਸਲੇਸ਼ਨ ਪੁੱਛੂਗਾ। ਟ੍ਰਾਂਸਲੇਸ਼ਨ ਵਾਸਤੇ ਓਬਵੀਅਸਲੀ ਤੁਹਾਨੂੰ ਪੰਜਾਬੀ ਦੀ ਲੈਂਗੁਏਜ ਆਉਣੀ ਚਾਹੀਦੀ ਹੈ, ਜੋ ਕਿ ਆਪਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਸਮਝਦੇ ਹਾਂ, ਤੇ ਪੰਜਾਬੀ ਦੀ ਵੋਕੈਬਲਰੀ ਆਉਣੀ ਚਾਹੀਦੀ ਹੈ, ਤੇ ਉਹਦੇ ਨਾਲ ਨਾਲ ਤੁਹਾਨੂੰ ਇੰਗਲਿਸ਼ ਗ੍ਰਾਮਰ ਦੀ ਸਮਝ ਹੋਣੀ ਚਾਹੀਦੀ ਹੈ। ਕਿਤੇ ਹੈਜ਼ ਬੀਨ, ਕਿਤੇ ਹੈਡ ਬੀਨ, ਕਿਤੇ ਇਜ਼ ਐਮ ਆਰ ਲੱਗੂ, ਕਿਤੇ ਹੈਜ਼ ਹੈਵ ਲੱਗੂ, ਤਾਂ ਟੈਂਸ ਦੀ ਨੌਲੇਜ ਹੋਣੀ ਚਾਹੀਦੀ ਹੈ। ਸਾਰਾ ਕੁਝ ਉਸ 'ਤੇ ਡਿਪੈਂਡ ਕਰਦਾ, ਤੇ ਕੁਝ ਕੁ ਵਰਡਸ ਦੀ ਨੌਲੇਜ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਚੀਜ਼ ਹੋ ਗਈ ਜੀ। ਉਸ ਤੋਂ ਬਾਅਦ ਵੋਕੈਬਲਰੀ 'ਚ ਜਾਂ ਤਾਂ ਸਿਨੋਨੀਅਮ ਐਂਟੋਨੀਅਮ ਪੁੱਛ ਲਓ, ਜਾਂ ਵਨ ਵਰਡ ਸਬਸਟੀਟਿਊਸ਼ਨ ਪੁੱਛ ਲਓ, ਏਡੀਅਮ ਪੁੱਛ ਲਓ, ਇਸ ਤੋਂ ਜ਼ਿਆਦਾ ਕੁਝ ਨਹੀਂ ਪੁੱਛਦਾ। ਜ਼ਿਆਦਾਤਰ ਉਹਨੇ ਸਿਨੋਨੀਅਮ ਐਂਟੋਨੀਅਮ ਵੀ ਪੁੱਛਣੇ, ਜਾਂ ਵਨ ਵਰਡ ਪੁੱਛ, ਏਡੀਅਮ ਉਹਨੇ ਘੱਟ ਪੁੱਛਣੇ ਮੈਨੂੰ ਲੱਗਦਾ ਸ਼ਾਇਦ, ਹੈ ਨਾ, ਲੇਕਿਨ ਆਪਾਂ ਕਰਕੇ ਜਾਣੇ ਨੇ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕੰਪਰੀਹੈਂਸ਼ਨ ਦੋ ਚੀਜ਼ਾਂ ਪੁੱਛਦਾ ਜੀ, ਜਾਂ ਤਾਂ ਉਹ ਰੀਡਿੰਗ ਪੈਸੇਜ ਪੁੱਛਦਾ ਜੀ ਜਿਹੜਾ 5 ਨੰਬਰ ਦਾ ਆਉਂਦਾ, ਜਾਂ ਫਿਰ ਉਹ ਜੰਬਲ ਪੁੱਛਦਾ ਜੀ, ਠੀਕ ਹੈ। ਜੰਬਲ ਇੱਕ ਕੁਐਸਚਨ ਆਉਂਦਾ। ਤਾਂ ਇਹ ਤੁਹਾਡਾ ਸਾਰਾ ਸਿਲੇਬਸ ਹੈ ਜੀ। ਹੁਣ ਤੁਹਾਨੂੰ ਆਈਡੀਆ ਪਤਾ ਲੱਗ ਗਿਆ ਵੀ ਆਹ ਚੀਜ਼ਾਂ ਕਵਰ ਕਰਨੀਆਂ ਨੇ, ਹੁਣ ਇਹ ਕਿਵੇਂ ਕਵਰ ਕਰਨੀਆਂ ਨੇ ਧਿਆਨ ਨਾਲ ਸਮਝ ਲਓ, ਠੀਕ ਹੈ। ਇੱਕ ਤਾਂ ਸਟੂਡੈਂਟ ਕੀ ਸਮਝਦਾ ਜੀ ਕਿ ਅਸੀਂ ਗ੍ਰਾਮਰ ਦੇ ਬੇਸਿਕਸ ਨਹੀਂ ਸਮਝੇ ਹੋਏ, ਠੀਕ ਹੈ, ਤੇ ਅਸੀਂ ਸਿੱਧਾ ਹੀ ਜਾ ਕੇ ਇਹ ਪ੍ਰੈਕਟਿਸ ਕਰ ਲੈਂਦੇ ਹਾਂ। ਅਗਰ ਤੁਸੀਂ ਇਸ ਤਰੀਕੇ ਨਾਲ ਸੋਚ ਰੱਖਦੇ ਹੋ ਤਾਂ ਉਹ ਗਲਤ, ਤਾਂ ਹੀ ਪੇਪਰ ਸੋਲਵ ਨਹੀਂ ਹੁੰਦਾ, ਐਵੇਂ ਨਹੀਂ। ਸਹੀ ਸਟ੍ਰੈਟਜੀ ਨਹੀਂ ਹੈ। ਸਹੀ ਸਟ੍ਰੈਟਜੀ ਕੀ ਹੈ ਜੀ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਹੁਣ ਪੇਡ ਤੇ ਫ੍ਰੀ ਦਾ ਮੈਂ ਤੁਹਾਨੂੰ ਦੱਸਦਾ ਜੀ, ਉਹਦੇ ਵਿੱਚ ਸਮਝ ਆ ਜੂਗੀ ਤੁਹਾਨੂੰ ਗੱਲ। ਅਗਰ ਤੁਹਾਡੇ ਬੇਸਿਕਸ ਵੀਕ ਨੇ, ਵੀ ਤੁਹਾਨੂੰ ਸਪੌਟ ਦਾ ਐਰਰ ਸੀ, ਥੋੜਾ ਆਨਸਰ ਤਾਂ ਸਹੀ ਹੋ ਗਿਆ, ਲੇਕਿਨ ਤੁਹਾਨੂੰ ਪਤਾ ਨਹੀਂ ਕਿਉਂ ਸਹੀ ਹੋਇਆ, ਇਹਦਾ ਮਤਲਬ ਵੀਕ ਨੇ, ਉਹ ਤੁੱਕਾ ਲੱਗ ਗਿਆ, ਪਤਾ ਨਹੀਂ ਅਗਲੇ ਪੇਪਰ 'ਚ ਲੱਗੂਗਾ ਜਾਂ ਨਹੀਂ ਲੱਗੂਗਾ। ਅਗਰ ਤਾਂ ਉੱਥੇ ਪੇਪਰ ਸਿਲੈਕਸ਼ਨ ਹੋ ਗਈ ਫਿਰ ਤਾਂ ਵਧੀਆ ਗੱਲ ਹੈ, ਲੇਕਿਨ ਅੱਗੇ ਪੇਪਰ ਦੇਣੇ ਪੈ ਰਹੇ ਨੇ, ਉਹ ਪੇਪਰ 'ਚ ਪਤਾ ਨਹੀਂ ਨਾ ਤੁੱਕਾ ਲੱਗੂਗਾ ਨਹੀਂ ਲੱਗੂ, ਬੇਸਿਕਸ ਵੀਕ ਨੇ, ਫਿਰ ਤੁਸੀਂ ਕਿਸੇ ਵੀ ਟੀਚਰ ਦਾ ਪੇਡ ਕੋਰਸ ਜੁਆਇਨ ਕਰੋ ਜੀ, ਕਿਉਂਕਿ ਉੱਥੇ ਵੈਲ ਸਟਰਕਚਰਡ ਕਲਾਸਿਸ ਹੁੰਦੀਆਂ ਨੇ। ਹੁਣ ਬੇਸਿਕਸ ਵੀਕ ਦਾ ਮਤਲਬ ਕੀ ਹੈ, ਠੀਕ ਹੈ। ਹੁਣ ਤੁਸੀਂ ਅੱਜ ਮੇਰਾ ਕੁਐਸਚਨ ਆਇਆ, ਠੀਕ ਹੈ, ਆਹ ਵਾਲਾ ਕੁਐਸਚਨ ਆਇਆ, ਇਹ ਲੈਂਗੁਏਜ ਸਭ ਦੀ ਆਲਮੋਸਟ ਸੇਮ ਹੁੰਦੀ ਹੈ, ਦੇਖੋ, ਠੀਕ ਹੈ। ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਰਿਪੀਟਰਲੀ ਕਿਉਂ ਆਇਆ, ਠੀਕ ਹੈ। ਅਗਰ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਤਾਂ ਮਤਲਬ ਬੇਸਿਕ ਵੀਕ ਹੈ। ਤੁਸੀਂ ਸਿੱਧਾ ਪ੍ਰੈਕਟਿਸ ਕਰਕੇ ਕੀ ਕਰ ਲਓਗੇ ਯਾਰ, ਕਰੋਗੇ ਕੁਝ, ਕੋਈ ਫਾਇਦਾ ਹੀ ਨਹੀਂ ਹੈ, ਕਿਉਂਕਿ ਪਤਾ ਹੀ ਨਹੀਂ ਉਹ ਰਿਪੀਟਰਲੀ ਕਿਉਂ ਲੱਗੂਗਾ, ਤੇ ਬੀਟਰ ਤੇ ਬੀਟਰਲੀ 'ਚ ਫਰਕ ਕੀ ਹੁੰਦਾ, ਔਰ ਇਹ ਮੇਨ ਵਰਬ ਕਿਹੜੀ ਹੈ, ਔਰ ਇਹ ਗੋਲਡ ਕੀ ਐਡਜੈਕਟਿਵ ਹੈ, ਵਰਬ ਹੈ, ਕੀ ਕੁਝ ਵੀ ਨਹੀਂ ਪਤਾ। ਅਗਰ ਇਹ ਚੀਜ਼ਾਂ ਪਤਾ ਨਹੀਂ ਹੈ ਤਾਂ ਬੇਸਿਕਸ ਸਮਝਣੇ ਪੈਣਗੇ ਪਹਿਲਾਂ। ਉਹ ਕੋਈ ਵੀ ਟੀਚਰ ਦਾ ਪੇਡ ਕੋਰਸ ਜੁਆਇਨ ਕਰੋ, ਠੀਕ ਹੈ, ਉੱਥੋਂ ਕਰੋ ਜੀ, ਠੀਕ ਹੈ। ਇੰਨੀ ਗੱਲ ਪਤਾ ਲੱਗ ਗਈ ਵੀ ਤੁਸੀਂ ਪੇਡ ਵਾਲੇ ਹੋ ਹੈ ਜਾਂ ਨਹੀਂ ਆ। ਹੁਣ ਦੂਸਰੀ ਚੀਜ਼, ਅਗਰ ਤੁਹਾਨੂੰ ਲੱਗਦਾ ਵੀ ਇਹ ਬੇਸਿਕ ਚੀਜ਼ਾਂ ਤੁਹਾਨੂੰ ਨੌਲੇਜ ਹੈਗੀ ਹੈ, ਲੇਕਿਨ ਮੈਂ ਉਨੀ ਪ੍ਰੈਕਟਿਸ ਨਹੀਂ ਕੀਤੀ ਹੋਈ ਸੀ। ਮੈਨੂੰ ਇਹ ਪਤਾ ਸੀ ਵੀ ਉਰੇ ਵੀ ਅਗਰ ਜਿਹੜਾ ਐਡਵਰਬ ਹੁੰਦਾ ਉਹ ਐਡਜੈਕਟਿਵ ਨੂੰ ਵੀ ਮੋਡੀਫਾਈ ਕਰ ਸਕਦਾ ਹੈ, ਉਹ ਵਰਬ ਨੂੰ ਵੀ ਕਰ ਸਕਦਾ ਹੈ, ਉਹ ਤੁਹਾਡੀ ਪ੍ਰੈਪੋਜੀਸ਼ਨ ਨੂੰ ਵੀ ਕਰ ਸਕਦਾ, ਕੰਜੰਕਸ਼ਨ ਨੂੰ ਵੀ ਕਰ ਸਕਦਾ। ਅਗਰ ਤੁਹਾਨੂੰ ਬੇਸਿਕ ਚੀਜ਼ਾਂ ਪਤਾ ਨੇ ਸਾਰੀਆਂ, ਇਹ ਬੇਸਿਕ ਚੀਜ਼ਾਂ ਪਤਾ ਨੇ, ਫਿਰ ਤੁਸੀਂ ਪ੍ਰੈਕਟਿਸ ਕਰੋ, ਫਿਰ ਤੁਸੀਂ ਉਹ ਫ੍ਰੀ ਵੀ ਕਰ ਸਕਦੇ ਹੋ, ਹੈ ਨਾ, ਫ੍ਰੀ ਕਰ ਸਕਦੇ ਹੋ, ਠੀਕ ਹੈ। ਉਹ ਕਿਵੇਂ ਕਰ ਸਕਦੇ ਹੋ, ਇੱਕ ਤਾਂ PYQ ਸੋਲਵ ਕਰਨੇ ਨੇ ਜੀ, PYQ TCS ਵਾਲੇ ਸੋਲਵ ਕਰਨੇ ਨੇ ਜੀ, ਠੀਕ ਹੈ। ਤੇ ਉਦੋਂ ਬਾਅਦ 'ਚ ਤੇ ਜਿਹੜੀ YouTube ਤੇ ਵੀਡੀਓਜ਼ ਦੇਖ ਸਕਦੇ ਹੋ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਪੰਜਾਬ ਪੁਲਿਸ ਦੀ PYQ ਜਿਹੜੀ ਆਲਰੇਡੀ ਬੁੱਕ ਹੈ PDF ਦੇ ਤੌਰ ਤੇ ਦਿੱਤੀ ਹੋਈ ਹੈ ਜੀ, ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਾਂਗੇ, ਉਹ ਤੁਸੀਂ ਪ੍ਰਿੰਟ ਆਊਟ ਕਢਾ ਕੇ ਉੱਥੋਂ ਪੜ੍ਹ ਸਕਦੇ ਹੋ, ਪਹਿਲੀ ਚੀਜ਼। ਦੂਸਰੀ ਚੀਜ਼, ਜਿਹੜੇ ਫ੍ਰੀ ਅਸੀਂ ਦੇ ਰਹੇ ਹਾਂ ਜੋ ਕੀ ਕੁਝ ਕਰ ਸਕਦੇ ਹੋ, ਪਲੇਲਿਸਟ ਪੇਜ ਤੇ ਜਾਣਾ ਜੀ, ਫ੍ਰੀ ਮੈਰਾਥਨਸ ਪਈਆਂ ਨੇ, ਤੁਸੀਂ ਦੇਖ ਸਕਦੇ ਹੋ ਉੱਥੇ, ਆਹ ਮੈਰਾਥਨਸ ਨੇ, ਠੀਕ ਹੈ। ਇੱਕ ਤਾਂ ਪੰਜਾਬ ਪੁਲਿਸ ਦੀ ਪਲੇਲਿਸਟ ਦੱਸੂਗਾ ਇਹਦੇ ਬਾਰੇ, ਆ ਪੰਜਾਬ ਪੁਲਿਸ ਦੀ ਪਲੇਲਿਸਟ ਪਈ ਹੈ ਜੀ, ਆਹ ਦੇਖੋ ਸੁਪਰ ਮੈਰਾਥਨਸ, ਆਹ ਵਾਲੀ ਮੈਰਾਥਨਸ, ਐਵੇਂ ਹੀ ਸਾਰੀਆਂ ਪਲੇਲਿਸਟਾਂ ਦੇ ਨਾਮ ਦੱਸਦਾ ਤੁਹਾਨੂੰ, ਠੀਕ ਹੈ। ਆਹ ਵਾਲੀ, ਉਦੋਂ ਬਾਅਦ ਪੰਜਾਬ ਪੁਲਿਸ ਦੀ PYQ ਦੀ ਪਲੇਲਿਸਟ, ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਜੀ, ਕਾਫੀ ਵਧੀਆ ਤਰੀਕੇ ਨਾਲ। ਕਿੱਥੇ ਗਿਆ ਸੀ, ਠੀਕ ਹੈ, ਇਹ ਪੰਜਾਬ ਪੁਲਿਸ ਦੀ ਹੈ ਸਾਰੀ, ਠੀਕ ਹੈ। ਇਹ ਵਾਲੀ ਪਲੇਲਿਸਟ ਇਹ ਤਾਂ ਹੀ ਕੰਮ ਆਊਗੀ ਅਗਰ ਬੇਸਿਕ ਸਟਰੋਂਗ ਨੇ, ਸਿੱਧਾ ਹੀ ਤੁਸੀਂ ਇਹਨੂੰ ਦੇਖੋਗੇ ਆਪਣਾ ਟਾਈਮ ਖਰਾਬ ਕਰੋਗੇ ਜੀ, ਠੀਕ ਹੈ। ਮੰਨਣੀ ਹੈ ਤੁਸੀਂ ਮੰਨ ਲਓ, ਜੇ ਨਹੀਂ ਮੰਨਣੀ ਤੁਹਾਡੀ ਮਰਜ਼ੀ, ਠੀਕ ਹੈ। ਉਦੋਂ ਬਾਅਦ PYQ ਇੰਗਲਿਸ਼ ਸੋਲਿਊਸ਼ਨਸ ਪਲੇਲਿਸਟ ਪਈ ਹੈ ਜੀ, ਇਹ ਦੇਖ ਸਕਦੇ ਹੋ। ਇਦੋਂ ਬਾਅਦ ਵੋਕੈਬਲਰੀ ਸ਼ਾਰਟ ਸੀਰੀਜ਼, ਠੀਕ ਹੈ, ਜਿਹੜਾ ਹੈ ਐਂਡਰੋ ਪੋਲੀਐਂਡਰੀ ਹੈ, ਐਂਡਰੋ ਵਰਡ ਹੋ ਗਿਆ, ਜਾਂ ਹੋਰ ਵੀ 2-3 ਵਰਡਸ VSS ਚੋਂ ਨਿਕਲੇ ਨੇ ਜੀ, ਠੀਕ ਹੈ। ਤਾਂ ਇਹ VSS ਕੰਟੀਨਿਊ ਵੀ ਚੱਲੂਗੀ, ਹੁਣ ਤੱਕ ਇਹ 19 ਕਲਾਸਿਸ ਹੋ ਚੁੱਕੀਆਂ ਨੇ, ਅੱਗੇ ਚੱਲਣਗੀਆਂ ਜੀ, ਠੀਕ ਹੈ।
ਤੇ ਆਉਣ ਵਾਲੇ ਟਾਈਮ 'ਚ ਹੋਰ ਵੀ ਬਹੁਤ ਸਾਰਾ ਅਪਡੇਟਡ ਕੰਟੈਂਟ ਆਊਗਾ, ਠੀਕ ਹੈ। ਤੇ ਇਹ ਫ੍ਰੀ ਵਾਲਾ ਹੋ ਗਿਆ ਜੀ, ਪ੍ਰੈਕਟਿਸ ਵਾਲਾ। ਲੇਕਿਨ ਇਹ ਸਾਰੇ ਦੀ ਚੀਜ਼ਾਂ ਦਾ ਤਾਂ ਫਾਇਦਾ ਹੈ ਬੱਚੇ, ਅਗਰ ਤੁਸੀਂ ਥੋੜਾ ਬੇਸਿਕ ਸਟਰੋਂਗ ਹੈ ਜੀ, ਮੈਂ ਬਾਰ-ਬਾਰ ਕਹਿ ਰਿਹਾ, ਅਗਰ ਬੇਸ ਨਹੀਂ ਹੈਗਾ ਜੀ, ਵੀ ਪਤਾ ਨਹੀਂ ਲੈਂਗੁਏਜ ਕਿਵੇਂ ਕੰਮ ਕਰਦੀ, ਗ੍ਰਾਮਰ ਬਾਰੇ ਨਹੀਂ ਪਤਾ, ਵਰਬ ਬਾਰੇ, ਟੈਂਸ ਬਾਰੇ ਨਹੀਂ ਪਤਾ, ਬੇਸਿਕ ਸਟਰੋਂਗ ਨਹੀਂ ਹੈਗੇ, ਕੰਡੀਸ਼ਨਲਸ ਬਾਰੇ ਨਹੀਂ ਪਤਾ, ਤੀਰ ਤੁੱਕੇ ਨਾਲ ਚੱਲਦੇ ਹੋ, ਫਿਰ ਪਹਿਲਾਂ ਬੇਸਿਕਸ ਤੇ ਜ਼ੋਰ ਦਿਓ ਜੀ, ਠੀਕ ਹੈ। ਜਦੋਂ ਤੁਹਾਡਾ ਬੇਸਿਕਸ ਬਣ ਗਏ, ਹੌਲੀ ਹੌਲੀ ਤੁਹਾਨੂੰ ਚੀਜ਼ਾਂ ਸਮਝ ਆਉਣ ਲੱਗ ਜਾਣਗੀਆਂ ਵੀ ਇਹ ਚੀਜ਼ ਐਵੇਂ ਨਹੀਂ ਐਵੇਂ ਹੁੰਦੀ, ਐਵੇਂ ਨਹੀਂ ਐਵੇਂ ਹੁੰਦੀ, ਐਵੇਂ ਨਹੀਂ ਐਵੇਂ ਹੁੰਦੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਜਿਹਨੇ ਪੇਡ ਸਾਡੇ ਤੋਂ ਕਰਨਾ ਬਈ, ਉਹਦੇ ਲਈ ਤੁਹਾਨੂੰ ਪਤਾ ਸਭ ਨੂੰ ਮੰਜ਼ਿਲ ਬੈਚ ਹੈ, ਠੀਕ ਹੈ। ਤਾਂ ਫੀਸ ਮੈਂ ਤੁਹਾਨੂੰ ਦੱਸ ਦਿੰਦਾ ਜੀ, ਵੈਸੇ 2500 ਰੁਪਏ ਫੀਸ ਹੈ ਜੀ, 1100 ਰੁਪਏ ਫੀਸ ਹੈ ਜੀ ਡਿਸਕਾਊਂਟ ਕਰਕੇ, ਠੀਕ ਹੈ। ਤੁਹਾਨੂੰ ਕਿਤੇ 200 ਰੁਪਏ ਦਾ ਮਿਲਦਾ ਜੀ, ਤੁਹਾਨੂੰ ਕਿਤੇ 300 ਰੁਪਏ ਦਾ ਮਿਲਦਾ ਜੀ, ਤੁਹਾਨੂੰ ਜਿੱਥੇ ਤੁਹਾਨੂੰ ਸਸਤਾ ਮਿਲਦਾ, ਜਿੱਥੇ ਤੁਹਾਨੂੰ ਕੁਆਲਿਟੀ ਮਿਲਦੀ ਹੈ, ਜਿਹੜੇ ਟੀਚਰ ਨਾਲ ਤੁਹਾਡੀ ਮੱਤ ਮਿਲਦੀ ਹੈ, ਜਿਹੜੇ ਟੀਚਰ ਰੈਲੇਵੈਂਟ ਪੜ੍ਹਾਉਂਦਾ ਪੰਜਾਬ ਦੇ ਲਈ, ਠੀਕ ਹੈ, ਸਪੈਸ਼ਲ ਉਹਦੇ ਲਈ, ਉਸੇ ਟੌਪਿਕ ਦੇ ਲਈ, ਉੱਥੇ ਜਾ ਕੇ ਸਟੱਡੀ ਕਰੋ ਜੀ, ਠੀਕ ਹੈ। ਸਮਝ ਆ ਗਿਆ। ਇਹਦੇ ਵਿੱਚ ਮੈਂ ਤੁਹਾਨੂੰ ਸਿੱਧੇ ਤੌਰ 'ਤੇ ਗੱਲ ਦੱਸ ਦਿੰਦਾ ਜੀ, ਗ੍ਰਾਮਰ ਵੀ ਕਵਰ ਹੈ, ਥੋੜੀ ਪ੍ਰੈਕਟਿਸ ਵੀ ਕਵਰ ਹੈ, ਤੇ ਥੋੜੀ ਵੋਕੈਬ ਵੀ ਕਵਰ ਹੈ, ਤੇ ਥੋੜੀ ਮੌਕ ਟੈਸਟ ਸੀਰੀਜ਼ ਵੀ ਹੈਗੀ, ਠੀਕ ਹੈ। ਸਾਰਾ ਕੁਝ ਕਵਰ ਹੈ। ਤੇ ਤੁਹਾਡੇ 'ਚ ਜਿਹੜੀ ਟਰਾਂਸਲੇਸ਼ਨ ਉਹ ਵੀ ਕਵਰ ਹੈ ਜੀ, ਜਿਹੜੀ ਤੁਹਾਡੀ ਪੈਸੇਜ ਵਾਲੀ ਚੀਜ਼ ਹੈ, ਆ ਪੈਸੇਜ ਉਹ ਵੀ ਕਵਰ ਹੈ ਜੀ, ਠੀਕ ਹੈ। ਤਾਂ ਇਸ ਤੋਂ ਇਲਾਵਾ ਕੋਈ ਹੋਰ ਕੁਐਰੀ ਹੋਏਗੀ, ਜੈਨੂਇਨ ਕੁਐਰੀ ਹੋਏਗੀ, ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ, ਠੀਕ ਹੈ। ਕੋਈ ਹੋਰ ਇਹ ਜੀ ਬਹੁਤ ਜ਼ਿਆਦਾ ਅਰਜੈਂਟ ਕੁਐਰੀ ਹੈ, ਤੁਸੀਂ WhatsApp ਕਰ ਸਕਦੇ ਹੋ, ਵੀ ਸ਼ੈਲ ਸ਼ੋਰਲੀ ਹੈਲਪ ਯੂ। ਲੇਕਿਨ ਇਰਰੈਲੇਵੈਂਟ ਕੁਐਰੀ ਭੇਜੋਗੇ, ਸਰ ਬੈਚ ਦੁਬਾਰਾ ਕਿੰਨੇ ਦਾ ਜੀ, ਠੀਕ ਹੈ, ਇਹਦੇ ਵਿੱਚ ਕੀ ਕੁਝ ਕਵਰ ਕੀਤਾ ਜੀ, ਤੁਸੀਂ ਆਪਣਾ ਵੀ ਟਾਈਮ ਖਰਾਬ ਕਰ ਰਹੇ ਹੋ, ਸਾਡਾ ਵੀ ਟਾਈਮ ਖਰਾਬ ਕਰ ਰਹੇ ਹੋ, ਕਿਉਂਕਿ ਜਿਹੜੀ ਚੀਜ਼ ਆਪਾਂ ਗੱਲ ਕਰ ਚੁੱਕੇ ਹਾਂ ਜੀ, ਉਹ ਫਾਈਨਲ ਹੈ ਜੀ, ਉਸ ਤੋਂ ਉਹ ਹਲਟਰ ਨਹੀਂ ਹੋਏਗੀ। ਇਸ 'ਚ ਅਸੀਂ ਐਡ ਆਨ ਹੀ ਕਰਾਂਗੇ, ਕੁਝ ਘਟਾਉਂਦੇ ਨਹੀਂ ਹੈਗੇ, ਠੀਕ ਹੈ। ਤੇ ਆਈ ਹੋਪ ਤੁਹਾਨੂੰ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਅਗਰ ਬੇਸਿਕਸ ਵੀਕ ਨੇ ਤਾਂ ਕਿਸੇ ਵੀ ਟੀਚਰ ਤੋਂ ਜੁੜ ਕੇ ਉਹਦੇ ਕਲਾਸਰੂਮ 'ਚ ਪੜ੍ਹੋ, ਠੀਕ ਹੈ, ਪੇਡ ਕੋਰਸ ਪੜ੍ਹੋ, ਆਫਲਾਈਨ ਆਨਲਾਈਨ ਜਿੱਥੇ ਮਰਜ਼ੀ ਪੜ੍ਹੋ। ਅਗਰ ਤੁਹਾਡੇ ਬੇਸਿਕ ਸਟਰੋਂਗ ਨੇ, ਫਿਰ ਤੁਸੀਂ ਫ੍ਰੀ ਆਫ ਚਾਰਜ ਤੋਂ ਪ੍ਰੈਕਟਿਸ ਕਰੋ, ਰੈਲੇਵੈਂਟ ਪ੍ਰੈਕਟਿਸ ਕਰੋ। ਰੈਲੇਵੈਂਟ ਪ੍ਰੈਕਟਿਸ ਤੁਹਾਨੂੰ ਮੈਂ ਦੱਸਦਾ, TCS ਜਿਹੜੇ ਵੀ 2022 ਦਾ CGL ਹੋਇਆ, ਠੀਕ ਹੈ, ਉਹਦੇ CGL ਦੇ, SSC CHSL ਦੇ, MTS ਦੇ ਸਾਰੇ ਪੇਪਰ ਸੋਲਵ ਕਰੋ ਜੀ, ਠੀਕ ਹੈ। ਹੋਰ ਵੀ ਕੋਈ SSC TCS ਕੋਈ ਹੋਰ ਵੀ ਸਟੇਟ ਦੇ ਕੋਈ ਪੇਪਰ ਲੈ ਰਹੀ ਹੈ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਧੰਨਵਾਦ।